ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ। ਵਜਾਇਆ ਵਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ। ਹਰ ਜੀਓ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ। ਵਜਾਇਆ ਵਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ, ਇਕ ਨਾ ਦਸਵਾਂ ਦੁਆਰ ਦਿਖਾਇਆ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਕਹੈ ਨਾਨਕ ਹਰਿ ਪਿਆਰੈ, ਜੀਉ ਗੁਫਾ ਅੰਦਰ ਰੱਖ ਕੇ। ਵਾਜਾ ਪਵਣ ਵਜਾਇਆ। ਤਹ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਕਹੈ ਨਾਨਕ ਹਰਿ ਪਿਆਰੈ, ਜੀਉ ਗੁਫਾ ਅੰਦਰ ਰੱਖ ਕੇ। ਵਾਜਾ ਪਵਣ ਵਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਏਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ, ਚਰਨ ਸ਼ਰਨ ਵਿਖੇ ਰਾਤਰੀ ਦੇ ਸਜੇ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੀ ਸਤਿਕਾਰ ਔਰ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਹੋਈਆਂ ਹਨ। ਗੁਰਸੰਗਤ 'ਚ ਜੁੜਨ ਦਾ, ਗੁਰੂ ਦਰਬਾਰ ਵਿਖੇ ਜੁੜਨ ਦਾ ਸੁਭਾਗਾ ਸਮਾਂ ਮਿਲਿਆ ਹੈ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਉਹ ਵੇਲਾ ਧੰਨ ਹੈ ਜਦੋਂ ਆਪਾਂ ਗੁਰੂ ਕੇ ਦੀਦਾਰ ਦਰਸ਼ਨ ਕਰਦੇ ਹਾਂ, ਸਤ ਸੰਗਤ 'ਚ ਜੁੜਦੇ ਹਾਂ। ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਨਹੀਂ ਮਿਲਦੀਆਂ ਚੰਗੀਆਂ ਭਾਗਾਂ ਤੋਂ ਬਿਨਾਂ ਸੰਗਤ ਦੀਆਂ ਘੜੀਆਂ, ਔਰ ਸੰਗਤ ਤੋਂ ਬਿਨਾਂ ਮਨ ਦੀ ਮੈਲ ਨਹੀਂ ਮੁੱਕਦੀ। ਮਨ 'ਚੋਂ ਵਿਕਾਰੀ ਬਿਰਤੀ ਨਹੀਂ ਮੁੱਕਦੀ ਹੈ।
ਗੁਰੂ ਔਰ ਗੁਰ ਸੰਗਤ ਤੋਂ ਬਿਨਾ ਈਰਖਾਲੂ ਬਿਰਤੀ ਨਹੀਂ ਮੁੱਕਦੀ ਹੈ, ਹੰਕਾਰੀ ਬਿਰਤੀ ਨਹੀਂ ਮੁੱਕਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸੰਗਤ ਦੀ ਵਡਿਆਈ ਤੇ ਮਹਿਮਾ ਵੇਖੋ, ਜਾਂ ਜਿਹੜਾ ਗੁਰਸੰਗਤ ਦਾ ਸਾਡੇ ਤੇ ਪ੍ਰਭਾਵ ਪਿਆ ਉਹ ਸੁਣੋ। ਬਿਸਰ ਗਈ ਸਭ ਤਾਤ ਪਰਾਈ। ਪਰਾਈ ਤਾਤ ਭਾਵ ਦੂਜਿਆਂ ਨਾਲ ਈਰਖਾ ਕਰਨ ਵਾਲੀ ਬਿਰਤੀ। ਔਰ ਜੇ ਮਨ 'ਚ ਅਜੇ ਦੂਜਿਆਂ ਪ੍ਰਤੀ ਈਰਖਾ ਹੈ, ਫਿਰ ਸਮਝੋ ਅੰਦਰ ਮੈਲ ਬੈਠੀ ਹੈ, ਮਨ ਮੈਲਾ ਹੈ। ਤੇ ਆਪਾਂ ਜਦੋਂ ਗੁਰਸੰਗਤ 'ਚ ਜੁੜਦੇ ਹਾਂ, ਇੱਕ ਤੇ ਗੁਰੂ ਕੀ ਬਾਣੀ ਦਾ ਪ੍ਰਭਾਵ, ਗੁਰੂ ਕੀ ਬਾਣੀ ਦਾ ਸਿਧਾਂਤ ਜਿਹੜਾ ਸਾਨੂੰ ਸਰਬੱਤ ਦੇ ਭਲੇ ਦੇ ਲਈ ਪ੍ਰੇਰਦਾ ਹੈ, ਵੈਰ ਭਾਵ ਮਨ ਚੋਂ ਕੱਢ ਕੇ ਜਿਉਣ ਦੇ ਲਈ ਪ੍ਰੇਰਦਾ ਹੈ। ਔਰ ਇੱਕ ਫਿਰ ਜਿਹੜੀ ਆਪਾਂ ਰੋਜ਼ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ, ਉਹ ਅਰਦਾਸ ਕਰਦਿਆਂ ਅਖੀਰ 'ਚ ਬਚਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਚੀਜ਼ ਰੋਜ਼ ਰੋਜ਼ ਰਿਪੀਟ ਹੁੰਦੀ ਹੈ, ਸਰਬੱਤ ਦਾ ਭਲਾ, ਸਰਬੱਤ ਦਾ ਭਲਾ। ਤੇ ਉਹਦਾ ਫਿਰ ਇੱਕ ਮਨ ਉੱਪਰ ਸੂਖਸ਼ਮ ਜਾਂ ਦੀਰਘ ਪ੍ਰਭਾਵ ਅਸਰ ਬਣਦਾ ਹੈ। ਮਨ ਅੰਦਰ, ਜੀਵਨ ਅੰਦਰ ਉਹ ਸਰਬੱਤ ਦੇ ਭਲੇ ਵਾਲੀ ਬਿਰਤੀ ਬਣਦੀ ਹੈ। ਤੇ ਜਿਹੜੀ ਈਰਖਾ ਦਵੈਸ਼ ਵਾਲੀ ਬਿਰਤੀ, ਦੂਜੇ ਦਾ ਮਾੜਾ ਕਰਨ ਵਾਲੀ ਬਿਰਤੀ, ਦੂਜੇ ਨੂੰ ਦੁੱਖ ਦੇਣ ਵਾਲੀ ਬਿਰਤੀ, ਉਹ ਚੀਜ਼ਾਂ ਮਨ ਚੋਂ ਨਿਕਲਦੀਆਂ ਹਨ। ਇਹ ਸਾਰਾ ਕੁਝ ਹੁੰਦਾ ਹੈ ਜਦੋਂ ਆਪਾਂ ਨਿਰੰਤਰ ਸੰਗਤ 'ਚ ਜੁੜਦੇ ਹਾਂ, ਲਗਾਤਾਰ ਸੰਗਤ ਦੇ ਧਾਰਨੀ ਬਣਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਤੋਂ ਸੰਗਤ ਦੀ ਦਾਤ ਮਿਲੀ, ਹੁਣ ਅੰਦਰ ਦੀ ਉਹ ਪਰਾਈ ਤਾਤ ਵਾਲੀ ਈਰਖਾ ਵਾਲੀ ਮੈਲ ਮੁੱਕ ਗਈ ਹੈ। ਹੁਣ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਕੋਈ ਵੈਰੀ ਨਹੀਂ ਹੈ, ਕੋਈ ਬੇਗਾਨਾ ਨਹੀਂ ਲੱਗਦਾ, ਕੋਈ ਓਪਰਾ ਨਹੀਂ ਲੱਗਦਾ, ਕੋਈ ਦੁਸ਼ਮਣ ਨਹੀਂ। ਸਗਲ ਸੰਗ ਹਮ ਕੋ, ਹੁਣ ਸਾਰੇ ਹੀ ਆਪਣੇ ਸੰਗੀ ਲੱਗਦੇ ਹਨ, ਆਪਣੇ ਹੀ ਲੱਗਦੇ ਹਨ। ਇਹ ਜਿਹੜੀ ਬਿਰਤੀ ਹੈ, ਇਹ ਸੰਗਤ ਦੀ ਬਰਕਤ ਸਦਕਾ। ਤੇ ਜੇ ਸੰਗਤ 'ਚ ਮਨੁੱਖ ਨਹੀਂ ਜੁੜਿਆ, ਤੇ ਫਿਰ ਮਹਾਰਾਜ ਕਹਿੰਦੇ ਬਿਨ ਸੰਗਤ ਮੈਲ ਭਰੀਜੈ ਜੀਓ। ਉਹ ਮਨ 'ਚ ਮੈਲ ਭਰੀ ਰਹਿੰਦੀ ਹੈ। ਮਨ 'ਚ ਨਾ ਕੇਵਲ ਈਰਖਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਜ਼ਾਰਾਂ ਪ੍ਰਕਾਰ ਦੇ ਹੋਰ ਐਬ ਹਨ, ਜਿਹੜੇ ਮਨੁੱਖੀ ਮਨ ਅੰਦਰ ਵੀ ਬੈਠੇ ਤੇ ਸਾਡੇ ਬਾਹਰ ਦੇ ਕਰਮਾਂ 'ਚ ਵੀ ਫਿਰ ਉਹਨਾਂ ਦਾ ਬਿਲਕੁਲ ਪ੍ਰਤੱਖ ਅਸਰ ਤੇ ਪ੍ਰਭਾਵ ਹੁੰਦਾ ਹੈ। ਸੋ ਇੱਕ ਉੱਤਮ ਜੀਵਨ ਵਾਲੇ ਬਣਨ ਦੇ ਲਈ ਉੱਤਮ ਸੰਗਤ ਦਾ ਧਾਰਨੀ ਬਣਨਾ ਬਹੁਤ ਜ਼ਰੂਰੀ ਹੈ। ਔਰ ਸੰਗਤ ਦੇ ਵਿੱਚੋਂ ਸਭ ਤੋਂ ਉੱਤਮ ਹੈ ਗੁਰ ਸੰਗਤ, ਗੁਰੂ ਕੀ ਸੰਗਤ, ਗੁਰੂ ਕੇ ਚਰਨ। ਸੋ ਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਨੇ, ਇਹ ਰਹਿਮਤਾਂ ਨੇ ਕਿ ਆਪਾਂ ਰੋਜ਼ ਗੁਰੂ ਕੇ ਦਰਬਾਰ 'ਚ ਜੁੜਦੇ ਹਾਂ, ਗੁਰਸੰਗਤ 'ਚ ਜੁੜਦੇ ਹਾਂ। ਔਰ ਜਿਵੇਂ ਕਿਵੇਂ ਵੀ ਹੋਵੇ, ਜਿਹੜੇ ਵੀ ਸਾਧਨ ਚੱਲ ਰਹੇ ਹੋਣ, ਉਹਨਾਂ ਦੇ ਰਾਹੀਂ ਗੁਰਬਾਣੀ ਦੇ ਨਾਲ, ਗੁਰੂ ਦੇ ਨਾਲ ਜੁੜਦੇ ਹਾਂ। ਪਾਵਨ ਪਵਿੱਤਰ ਬਾਣੀ ਦੇ ਅੰਮ੍ਰਿਤਮਈ ਸ਼ਬਦ ਕੀਰਤਨ, ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤੇ। ਬੜੇ ਪਿਆਰੇ ਬਚਨ ਉਹਨਾਂ ਨੇ ਪੜ੍ਹੇ। ਹਰ ਜੀਓ ਨਿਮਾਣਿਆ ਤੂੰ ਮਾਣ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ, ਤੇਰੀ ਕੁਦਰਤ ਕੋ ਕੁਰਬਾਨ। ਹੇ ਵਾਹਿਗੁਰੂ ਜੀ, ਨਿਮਾਣਿਆਂ ਨੂੰ ਤੁਸੀਂ ਮਾਣ ਬਖਸ਼ਦੇ ਹੋ, ਨਚੀਜਿਆਂ ਨੂੰ ਚੀਜ਼ ਬਣਾਉਣ ਵਾਲੇ ਤੁਸੀਂ ਹੋ। ਤੁਹਾਡੀ ਕੁਦਰਤ ਤੋਂ ਕੁਰਬਾਨ ਤੇ ਬਲਿਹਾਰ ਜਾਂਦੇ ਹਾਂ। ਇਸੇ ਸ਼ਬਦ ਦੇ ਉਹ ਬੜੇ ਪਿਆਰੇ ਬਚਨ ਕਿ ਵਾਹਿਗੁਰੂ ਬਖਸ਼ਿੰਦ ਹੈ, ਅਸੀਂ ਭੁੱਲਣਹਾਰ ਹਾਂ। ਔਰ ਮਾਲਕ ਸਾਡੀਆਂ ਭੁੱਲਾਂ ਨੂੰ ਵੇਂਦਾ ਵੀ ਹੈ, ਪਰ ਬਖਸ਼ ਦਿੰਦਾ ਹੈ। ਕਿਵੇਂ? ਮਹਾਰਾਜ ਕਹਿੰਦੇ ਜਿਵੇਂ ਇੱਕ ਪਿਤਾ ਆਪਣੇ ਪੁੱਤਰ ਦੇ ਅਵਗੁਣ ਬਖਸ਼ ਕੇ
ਉਹਨੂੰ ਸਮਝਾ ਬੁਝਾ ਕੇ ਅੱਗੇ ਤੋਂ ਚੰਗੇ ਕਰਮ ਕਰਨ ਦੀ ਪ੍ਰੇਰਣਾ ਦੇ ਕੇ ਪਰਤ ਕੇ ਆਪਣੇ ਗਲੇ ਦੇ ਨਾਲ ਲਾ ਲੈਂਦਾ ਹੈ। ਜੈਸਾ ਬਾਲਕ ਭਾਏ ਸੁਭਾਏ ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁਰ ਪਿਤਾ ਗਲ ਲਾਵੈ, ਪਿਛਲੇ ਅਵਗਣ ਬਖਸ਼ ਲਏ, ਪ੍ਰਭ ਆਗਿਆ ਮਾਰਗ ਪਾਵੈ। ਜਿੱਥੇ ਮਹਾਰਾਜ ਨੇ ਵਾਹਿਗੁਰੂ ਜੀ ਦਾ ਸੁਭਾਅ ਪਿਤਾ ਵਰਗਾ ਕਿਹਾ ਹੈ, ਉੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਵੀ ਬਚਨ ਹਨ ਕਿ ਨਮੋ ਮਾਤ ਮਾਤੇ। ਉਹ ਮਾਲਕ ਦਾ ਸੁਭਾਅ ਮਾਂ ਵਰਗਾ ਸੁਭਾਅ ਹੈ। ਤੇ ਕਬੀਰ ਸਾਹਿਬ ਜੀ ਦਾ ਵੀ ਇੱਕ ਬਚਨ ਹੈ, ਵਾਹਿਗੁਰੂ ਦੇ ਬਿਰਧ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਬੱਚਾ ਬੜੇ ਅਪਰਾਧ ਕਰਦਾ, ਗੁਨਾਹ ਕਰਦਾ ਹੈ, ਪਰ ਮਾਂ ਦੀ ਆਪਣੀ ਇੱਕ ਮਮਤਾ ਹੈ, ਬੱਚੇ ਦੇ ਗੁਨਾਹਾਂ ਨੂੰ ਨਹੀਂ ਚਿਤਾਰਦੀ ਹੈ। ਔਰ ਕਬੀਰ ਸਾਹਿਬ ਕਹਿੰਦੇ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ, ਕਾਹੇ ਨ ਖੰਡਸ ਅਵਗਣ ਮੇਰਾ। ਇਹ ਮਾਲਕ ਜੀ, ਅਸੀਂ ਵੀ ਤੇ ਤੁਹਾਡੇ ਬੱਚੇ ਹੀ ਆ ਨਾ, ਤੁਸੀਂ ਸਾਡੇ ਪਿਤਾ ਹੋ, ਤੁਸੀਂ ਸਾਡੇ ਮਾਤਾ ਹੋ, ਬੰਦਪ ਹੋ, ਭਰਾਤਾ ਹੋ, ਫਿਰ ਤੁਸੀਂ ਵੀ ਸਾਡੇ ਅਵਗਣ ਨਾ ਚਿਤਾਰੋ। ਵੇਖੋ ਇੱਕ ਮਾਂ ਦਾ ਹਿਰਦਾ, ਜੇ ਅਤ ਕੋਪ ਕਰੇ ਕਰ ਧਾਇਆ, ਤੋਪੀ ਚੀਤ ਨ ਰੱਖ ਸਮਾਇਆ। ਬੱਚਾ ਕਿਸੇ ਵਕਤ ਮਾਂ ਦੇ ਨਾਲ ਵਧੀਕੀ ਵੀ ਕਰ ਦਵੇ, ਗੁੱਸੇ ਦੇ ਨਾਲ ਮਾਂ ਦੇ ਨਾਲ ਬੋਲੇ, ਈਵਨ ਮਹਾਰਾਜ ਕਹਿੰਦੇ ਹੱਥ ਵੀ ਚੁੱਕ ਲਵੇ ਮਾਂ ਤੇ, ਹਾਲਾਂਕਿ ਇਹ ਗੁਨਾਹ ਨਹੀਂ ਕਰਨਾ ਕਦੇ ਵੀ। ਮਾਤਾ ਪਿਤਾ ਦਾ ਅਦਬ ਸਤਿਕਾਰ ਹਰ ਇੱਕ ਨੇ ਕਰਨਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਉਹ ਬੰਦਾ ਪਾਪੀ ਹੈ ਜਿਹੜਾ ਮਾਂ ਪਿਓ ਦੇ ਨਾਲ ਝਗੜਦਾ ਹੈ, ਮਾਂ ਪਿਓ ਦਾ ਤਿਰਸਕਾਰ ਕਰਦਾ ਹੈ, ਮਾਂ ਪਿਓ ਦੇ ਨਾਲ ਵਧੀਕੀ ਕਰਦਾ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਜਦੋਂ ਪ੍ਰਿਥੀ ਚੰਦ ਗੁਰੂ ਰਾਮਦਾਸ ਸਾਹਿਬ ਦੇ ਨਾਲ ਝਗੜਦਾ ਹੈ ਤੇ ਉੱਥੇ ਮਹਾਰਾਜ ਨੇ ਇਹ ਬਚਨ ਕਹੇ ਸਨ ਕਿ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਇਹ ਵੇਖੋ ਗੁਰਬਾਣੀ ਦੀ ਇੱਕ ਖੂਬਸੂਰਤੀ ਹੈ। ਹਾਲਾਂਕਿ ਗੁਰੂ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਸਾਨੂੰ ਅਧਿਆਤਮਕ ਜੀਵਨ ਦੀ ਸੇਧ ਬਖਸ਼ਦੀ ਹੈ, ਪਰ ਸਾਡੇ ਗੁਰੂ ਦੀ ਵਡਿਆਈ ਇਹ ਹੈ ਕਿ ਗੁਰੂ ਸਾਡੇ ਜੀਵਨ ਦੇ ਹਰ ਪੱਖ ਨੂੰ ਟੱਚ ਕਰਦਿਆਂ ਹੋਇਆਂ ਤੇ ਸਾਨੂੰ ਇੱਕ ਸੰਪੂਰਨ ਇਨਸਾਨ ਬਣਾਉਂਦੇ ਹਨ। ਤੇ ਉੱਥੇ ਸੰਪੂਰਨ ਇਨਸਾਨ ਬਣਾਉਂਦਿਆਂ ਹੀ ਮਹਾਰਾਜ ਜੀ ਨੇ ਇਹ ਸਾਨੂੰ ਉਪਦੇਸ਼ ਦਿੱਤਾ ਹੈ ਮਾਤਾ ਪਿਤਾ ਦੇ ਅਦਬ ਕਰਨ ਦਾ, ਸਤਿਕਾਰ ਕਰਨ ਦਾ। ਪਰ ਕਬੀਰ ਸਾਹਿਬ ਕਹਿੰਦੇ ਹੋ ਸਕਦਾ ਕੋਈ ਏਦਾਂ ਦੀ ਵਿਗੜੀ ਹੋਈ ਔਲਾਦ ਹੋਵੇ, ਮਾਂ ਉੱਪਰ ਗੁੱਸਾ ਕਰੇ, ਮਾਂ ਦੇ ਨਾਲ ਬੱਚਾ ਮਾੜਾ ਬੋਲੇ ਜਾਂ ਹੱਥ ਤੱਕ ਚੁੱਕੇ, ਪਰ ਮਾਂ ਦਾ ਕਹਿੰਦੇ ਵੇਖੋ ਕਿੱਡਾ ਵੱਡਾ ਜਿਗਰਾ ਹੈ, ਸੁਭਾਅ ਹੈ, ਮਮਤਾ ਹੈ ਮਾਂ ਅੰਦਰ। ਜੇ ਅਤ ਕੋਪ ਕਰੇ ਕਰ ਧਾਇਆ, ਤੋਪੀ ਚੀਤ ਨ ਰੱਖ ਸਮਾਇਆ। ਮਾਂ ਫਿਰ ਵੀ ਬੱਚੇ ਦੇ ਗੁਨਾਹ ਨੂੰ, ਭੁੱਲ ਨੂੰ, ਅਵਗਣ ਨੂੰ ਨਹੀਂ ਚਿਤਾਰਦੀ, ਉਹਨੂੰ ਫਿਰ ਗਲੇ ਦੇ ਨਾਲ ਲਾ ਲੈਂਦੀ ਹੈ। ਤੇ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਉਹ ਵਾਹਿਗੁਰੂ ਜੀ ਦਾ ਬਿਰਧ ਹੈ ਜਿਹੜਾ ਹਰ ਜੀ ਨੇ ਮਾਣਿਆ ਤੂੰ ਮਾਣ ਹੈ, ਜਿਹੜਾ ਨਚੀਜਿਆਂ ਨੂੰ ਚੀਜ਼ ਕਰਨ ਵਾਲਾ ਹੈ। ਬੜੀਆਂ ਬਖਸ਼ਿਸ਼ਾਂ ਨੇ ਉਸ ਮਾਲਕ ਦੀਆਂ। ਇਹ ਬਚਨ ਆਪ ਜੀ ਨੇ ਕੀਰਤਨ ਰੂਪ 'ਚ ਸਰਵਣ ਕੀਤਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਆਨੰਦ ਸਾਹਿਬ ਦੀਆਂ ਰੋਜ਼ਾਨਾ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਸਤਿਗੁਰੂ ਜੀ ਨੇ ਬਹੁਤ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ। 40 ਪੌੜੀਆਂ ਦੀ ਇਸ ਬਾਣੀ ਦੀਆਂ 37 ਪੌੜੀਆਂ ਤੱਕ ਦੀ ਵਿਚਾਰ ਪਿਛਲਿਆਂ ਦੀਵਾਨਾਂ 'ਚ ਆਪ ਜੀ ਨੇ ਲਗਾਤਾਰ ਸ਼ਰਵਣ ਕੀਤੀ ਹੈ। ਔਰ ਅੱਜ 38 ਨੰਬਰ ਪੌੜੀ ਦਾ ਪਾਠ ਪਿਆਰ ਸਹਿਤ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਜਿਵੇਂ ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਕਿ ਸਤਿਗੁਰੂ ਨੇ ਪ੍ਰਥਮ ਮਨ ਦੀ ਗੱਲ ਕੀਤੀ,
ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਉਦੋਂ ਬਾਅਦ ਮਹਾਰਾਜ ਨੇ ਫਿਰ ਸਰੀਰ ਤੇ ਜਿਹੜੇ ਸਾਡੇ ਬਾਕੀ ਇੰਦਰੇ ਹਨ ਉਹਨਾਂ ਨੂੰ ਵੀ ਟੱਚ ਕਰਦਿਆਂ ਹੋਇਆਂ ਤੇ ਉਪਦੇਸ਼ ਬਖਸ਼ਿਸ਼ ਕੀਤੇ ਕਿ ਮਨ ਵੀ ਸੁਚੇਤ ਹੋਵੇ ਤੇ ਤਨ ਵੀ ਸੁਚੇਤ। ਅਸਲ ਦੇ ਵਿੱਚ ਬਾਣੀ ਦੇ ਕਿੰਨੇ ਸ਼ਬਦ ਹਨ ਜਿੱਥੇ ਗੁਰੂ ਨੇ ਮਨ ਤੇ ਤਨ ਦੋਵਾਂ ਨੂੰ ਇਕੱਠਿਆਂ ਰੱਖ ਕੇ ਗੱਲ ਕੀਤੀ ਹੈ। ਪਿੱਛੇ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਵੀ ਆਏ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਇੱਕ ਬਚਨ ਆਪਾਂ ਪੜ੍ਹਦੇ ਹਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਣੀ। ਬਹੁਤ ਸ਼ਬਦ ਹਨ ਇੱਦਾਂ ਦੇ ਜਿੱਥੇ ਮਨ ਤੇ ਤਨ ਦੀ ਇਕੱਠਿਆਂ ਸਤਿਗੁਰੂ ਨੇ ਗੱਲ ਕੀਤੀ ਹੈ, ਕਿਉਂਕਿ ਤਨ ਤੇ ਮਨ ਦੋਵੇਂ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ। ਤਨ ਹੈ ਤੇ ਮਨ ਹੈ, ਮਨ ਹੈ ਤੇ ਤਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਦੀ ਗੱਲ ਕੀਤੀ, ਉਦੋਂ ਬਾਅਦ ਤਨ ਤੇ ਤਨ ਦੇ ਵੱਖਰੇ ਵੱਖਰੇ ਇੰਦਰੀਆਂ ਦੀ ਗੱਲ ਕਰਦਿਆਂ ਹੋਇਆਂ ਪ੍ਰੇਰਣਾ ਦਿੱਤੀ ਕਿ ਮਨ ਵੀ ਪਰਮੇਸ਼ਰ ਦੇ ਨਾਲ ਜੁੜੇ, ਸਰੀਰ ਵੀ ਪਰਮੇਸ਼ਰ ਦੇ ਨਾਲ ਜੁੜੇ। ਇਸੇ ਕਰਕੇ ਗੁਰੂ ਕਹਿੰਦੇ ਜਿਨੇ ਤੇਰੀ ਰਚਨਾ ਰਚੀ ਹੈ, ਜਾਂ ਹੇ ਮੇਰੇ ਸਰੀਰ ਜਿਸ ਮਾਲਕ ਦੀ ਜੋਤ ਤੇਰੇ ਅੰਦਰ ਵਰਤ ਰਹੀ ਹੈ ਉਹਨੂੰ ਚੇਤੇ ਰੱਖਿਆ ਕਰ, ਉਹਦਾ ਚਿੰਤਨ ਕਰ। ਫਿਰ ਜ਼ੁਬਾਨ ਨੂੰ ਵੀ ਸੰਬੋਧਨ ਕਰਦਿਆਂ ਮਹਾਰਾਜ ਨੇ ਕਿਹਾ ਤੂੰ ਜਿੰਨੇ ਮਰਜ਼ੀ ਪਦਾਰਥਾਂ ਦੇ ਭੋਗ ਭੋਗਦੀ ਰਹਿ, ਅਖੀਰ ਤੂੰ ਰੱਜੇਂਗੀ ਉਦੋਂ ਜਦੋਂ ਹਰ ਰਸ ਪੱਲੇ ਪਵੇਗਾ, ਉਹਦੇ ਤੋਂ ਬਿਨਾਂ ਤੇਰੀ ਤ੍ਰਿਸ਼ਨਾ ਨਹੀਂ ਬੁੱਝ ਸਕਦੀ ਹੈ। ਇਸੇ ਤਰ੍ਹਾਂ ਮਹਾਰਾਜ ਨੇ ਨੇਤਰਾਂ ਦੀ ਗੱਲ ਕੀਤੀ, ਉੱਥੇ ਵੀ ਪ੍ਰੇਰਣਾ ਦਿੱਤੀ ਕਿ ਹਰ ਬਿਨ ਅਵਰ ਨਾ ਦੇਖੋ ਕੋਈ। ਇਹ ਜਿਹੜੀਆਂ ਅੱਖਾਂ ਤੱਕਦੀਆਂ ਹਨ ਤੇ ਮਾੜੇ ਨਜ਼ਰੀਏ ਦੇ ਨਾਲ ਤੱਕਣਾ, ਕਿਸੇ ਦੇ ਤਨ ਨੂੰ ਮਾੜੀ ਨਜ਼ਰ ਦੇ ਨਾਲ ਵੇਖਣਾ, ਕਿਸੇ ਦੇ ਧਨ ਨੂੰ ਮਾੜੀ ਨਜ਼ਰ ਦੇ ਨਾਲ ਵੇਖਣਾ, ਗੁਰੂ ਕਹਿੰਦੇ ਇਹ ਮਾੜੇ ਨਜ਼ਰੀਏ ਦੇ ਨਾਲ ਨਹੀਂ ਵੇਖਣਾ ਹੈ। ਪਰਮੇਸ਼ਰ ਦੀ ਜੋਤ ਸਾਰਿਆਂ ਦੇ ਵਿੱਚ ਵੇਖੋ। ਇਸੇ ਤਰ੍ਹਾਂ ਸਤਿਗੁਰੂ ਨੇ ਸ਼ਰਵਣਾਂ ਦੀ ਗੱਲ ਕਰਦਿਆਂ, ਕੰਨਾਂ ਦੀ ਗੱਲ ਕਰਦਿਆਂ ਵੀ ਉਪਦੇਸ਼ ਦਿੱਤਾ ਕਿ ਸੱਚ ਸੁਣਨ ਦੇ ਲਈ ਮਾਲਕ ਨੇ ਤੁਹਾਨੂੰ ਜਗਤ ਅੰਦਰ ਭੇਜਿਆ। ਇਹ ਨਹੀਂ ਕਿ ਸਾਰੀ ਦਿਹਾੜੀ ਬਸ ਝੂਠ ਹੀ ਸੁਣਦੇ ਰਹੋ ਤੇ ਨਿੰਦਿਆ ਤੇ ਚੁਗਲੀ ਤੇ ਬਸ ਇਸੇ ਦੇ ਚਸਕੇ ਦੇ ਵਿੱਚ ਹੀ ਲੱਗੇ ਰਹੋ। ਨਹੀਂ, ਵਾਹਿਗੁਰੂ ਜੀ ਦਾ ਨਾਮ ਸੁਣੋ। ਤੁਸੀਂ ਚੰਗਾ ਸੁਣੋਗੇ ਹੇ ਸ਼ਰਵਣੋ ਤੇ ਅੰਦਰ ਵਿਚਾਰ ਚੰਗੇ ਜਾਣਗੇ, ਤੇ ਜਦੋਂ ਅੰਦਰ ਵਿਚਾਰ ਚੰਗੇ ਜਾਣਗੇ ਫਿਰ ਅੱਖਾਂ ਵੀ ਚੰਗਾ ਵੇਖਣਗੀਆਂ, ਫਿਰ ਜ਼ੁਬਾਨ ਵੀ ਚੰਗਾ ਬੋਲੇਗੀ, ਕਿਉਂਕਿ ਜੋ ਕੰਨਾਂ ਰੂਪੀ ਦਰਵਾਜ਼ਿਆਂ ਦੇ ਰਾਹੀਂ ਅੰਦਰ ਜਾਂਦਾ ਹੈ ਉਹੀ ਅੱਖਾਂ, ਜ਼ੁਬਾਨ ਜਾਂ ਸਾਡੇ ਕਰਮਾਂ ਦੇ ਰੂਪ ਦੇ ਵਿੱਚ ਬਾਹਰ ਆਉਂਦਾ ਹੈ। ਸੋ ਜੇ ਚੰਗੇ ਵਿਚਾਰ ਅੰਦਰ ਜਾਣਗੇ ਬੰਦਾ ਚੰਗਾ ਬੋਲੇਗਾ, ਚੰਗਾ ਵਿਚਰੇਗਾ। ਇਦੋਂ ਅੱਗੇ ਅੱਜ ਜਿਹੜੀ 38 ਨੰਬਰ ਪੌੜੀ ਹੈ ਇਹਦੇ 'ਚ ਮਹਾਰਾਜ ਨੇ ਸਰੀਰ ਦੀ ਗੱਲ ਕੀਤੀ ਹੈ, ਜੋਤ ਦੀ ਗੱਲ ਕੀਤੀ ਹੈ, ਬਾਹਰ ਦੇ ਗਿਆਨ ਕਰਮ ਇੰਦਰੀਆਂ ਦੀ ਗੱਲ ਕੀਤੀ ਹੈ, ਸੁਰਤ ਦੀ ਗੱਲ ਕੀਤੀ ਹੈ, ਦਸਮ ਦੁਆਰ ਦੀ ਗੱਲ ਸਤਿਗੁਰੂ ਕਰ ਰਹੇ ਨੇ। ਆਰੰਭ 'ਚ ਪਾਤਸ਼ਾਹ ਜੀ ਦੇ ਬਚਨ ਹਨ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸਭ ਤੋਂ ਪਹਿਲੇ ਨੰਬਰ ਤੇ ਇਸ ਪੌੜੀ ਅੰਦਰ ਇਹਦੇ ਵਿਸ਼ਰਾਮ ਸਮਝਣੇ ਬੜੇ ਜ਼ਰੂਰੀ ਹਨ, ਕਿਉਂਕਿ ਜੇ ਵੈਸੇ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਰੂਲ ਹੈ, ਜੇ ਵਿਸ਼ਰਾਮ ਕੌਮਾ ਸਹੀ ਜਗ੍ਹਾ ਤੇ ਲੱਗੇਗਾ ਤੇ ਬਿਲਕੁਲ ਪ੍ਰੋਪਰ ਅਰਥ ਹੋਣਗੇ, ਤੇ ਇੱਕ ਅੱਖਰ ਵੀ ਜੇ ਕਿਧਰੇ ਅੱਗੇ ਪਿੱਛੇ ਕੌਮਾ ਵਿਸ਼ਰਾਮ ਲਗਾ ਦਿੱਤਾ ਤੇ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਜਿਵੇਂ ਇੱਕ ਬਚਨ ਹੈ ਭੱਟ ਸਾਹਿਬਾਨਾਂ ਦਾ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਵਡਿਆਈ 'ਚ ਉਹਨਾਂ ਨੇ ਜਿਹੜੇ ਸਵਈਏ ਉਚਾਰਨ ਕੀਤੇ ਨੇ, ਉੱਥੇ ਇੱਕ ਪੰਕਤੀ ਆਉਂਦੀ ਹੈ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ। ਹੁਣ ਇਹ ਜਿਹੜਾ ਸ਼ਬਦ ਹੈ ਘਰ, ਗੁਰੂ ਅਰਜਨ ਤੇ ਗੁਰੂ ਰਾਮਦਾਸ ਸਾਹਿਬ ਦੋਵਾਂ ਦੇ ਨਾਮ ਦੇ ਵਿੱਚ ਘਰ ਸ਼ਬਦ ਹੈ। ਹੁਣ ਇੱਥੇ ਵਿਸ਼ਰਾਮ ਬੜੀ ਸੁਚੇਤਤਾ ਦੇ ਨਾਲ ਲਾਉਣ ਦੀ ਲੋੜ ਹੈ, ਤੇ ਉੱਥੇ ਜਿੱਥੇ ਇਹ ਪੰਕਤੀ ਲਿਖੀ ਹੈ ਘਰ ਦੇ ਰਾਰੇ ਨੂੰ ਸਿਹਾਰੀ ਹੈ, ਇਹਦਾ ਮਤਲਬ ਹੈ ਘਰ ਵਿੱਚ। ਹੁਣ ਜੇ ਤੇ ਬੰਦਾ ਲਾਪਰਵਾਹੀ
ਜਾਂ ਅਰਥ ਬੋਧ ਬਾਣੀ ਦੇ ਸ਼ੁੱਧ ਉਚਾਰਨ ਦੀ ਸਮਝ ਨਾ ਹੋਣ ਕਰਕੇ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ ਏਦਾਂ ਵਿਸ਼ਰਾਮ ਲਾ ਲਵੇ। ਭਾਵ ਗੁਰੂ ਅਰਜਨ ਸਾਹਿਬ ਦੇ ਨਾਲ ਘਰ ਸ਼ਬਦ ਦਾ ਉਚਾਰਨ ਕਰਕੇ ਕੌਮਾ ਲਾਏ, ਉਹ ਫਿਰ ਸਾਰੇ ਹੀ ਅਰਥਾਂ ਦੇ ਅਨਰਥ ਹੋ ਜਾਂਦੇ ਨੇ ਕਿ ਗੁਰੂ ਅਰਜਨ ਜੀ ਦੇ ਘਰ ਗੁਰੂ ਰਾਮਦਾਸ ਸਾਹਿਬ ਦਾ ਜਨਮ ਹੋਇਆ। ਪਰ ਨਹੀਂ, ਉੱਥੇ ਬੜੇ ਧਿਆਨ ਦੇ ਨਾਲ ਕੌਮਾ ਲਗਾ ਕੇ ਵਿਸ਼ਰਾਮ ਲਗਾ ਕੇ ਪੰਕਤੀ ਪੜ੍ਹੀ ਜਾਣੀ ਹੈ। ਗੁਰੂ ਅਰਜਨ ਘਰ ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਅੰਦਰ ਭਗਤ ਉੱਤਰ ਆਇਓ, ਭਗਤ ਪ੍ਰਗਟ ਹੋਏ ਹਨ। ਕਹਿਣ ਦਾ ਭਾਵ ਕਿ ਵੇਖੋ ਇੱਕ ਕੌਮਾ ਇਧਰੋਂ ਉਧਰ ਹੋਇਆ, ਸਾਰੀ ਦੀ ਸਾਰੀ ਪੰਕਤੀ ਦੇ ਅਰਥ ਵਿਗੜ ਗਏ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦੇ ਦਰਬਾਰ ਦਾ ਇੱਕ ਕਵੀ, ਉਹਨੂੰ ਬੜਾ ਆਪਣੀਆਂ ਕਵਿਤਾਵਾਂ ਦਾ ਗਿਆਨ ਦਾ ਹੰਕਾਰ ਸੀ ਕਿ ਮੈਂ ਬੜੀਆਂ ਗਹਿਰੀਆਂ ਕਵਿਤਾਵਾਂ ਰਚਦਾ ਹਾਂ ਤੇ ਮੇਰੀ ਕੋਈ ਕਵਿਤਾ ਦੇ ਅਰਥ ਨਹੀਂ ਕਰ ਸਕਦਾ। ਤੇ ਮਹਾਰਾਜ ਨੇ ਕਈ ਵਾਰ ਉਹਨੂੰ ਸਮਝਾਉਣਾ ਕਿ ਠੀਕ ਹੈ, ਤੇਰੇ ਕੋਲ ਵਿਦਵਤਾ ਹੈ, ਗਿਆਨ ਹੈ, ਪਰ ਹੰਕਾਰ ਚੰਗਾ ਨਹੀਂ ਹੁੰਦਾ ਹੈ। ਤੇ ਇੱਥੇ ਤੇ ਗੁਰੂ ਨਾਨਕ ਦੇ ਘਰ ਦੀਆਂ ਬੜੀਆਂ ਵਡਿਆਈਆਂ ਅੱਗੇ ਤੋਂ ਅੱਗੇ ਹਨ। ਹਾਂ, ਇੰਨਾ ਹੈ ਕੋਈ ਅੱਗੇ ਹੋ ਕੇ ਦਾਅਵੇ ਕਰਦਾ ਹੈ, ਕੋਈ ਸਾਰਾ ਕੁਝ ਹੁੰਦਿਆਂ ਵੀ ਮਾਣ ਹੁੰਦਿਆਂ ਨਿਮਾਣਾ ਬਣ ਕੇ ਰਹਿੰਦਾ ਹੈ। ਤੂੰ ਇਦਾਂ ਦੇ ਦਾਅਵੇ ਨਾ ਕਰਿਆ ਕਰ। ਗੁਰੂ ਘਰ ਦਾਅਵੇ ਨਹੀਂ ਚੱਲਦੇ, ਨਿਮਰਤਾ ਚੱਲਦੀ। ਪਰ ਇਹ ਕਿੱਥੇ ਮੰਨੇ। ਇੱਕ ਦਿਨ ਇਹਨੇ ਇੱਕ ਕੋਈ ਕਵਿਤਾ ਰਚੀ, ਕਹਿਣ ਲੱਗਾ ਜੀ ਇਹ ਕਵਿਤਾ ਦੇ ਕੋਈ ਅਰਥ ਨਹੀਂ ਕਰ ਸਕਦਾ। ਮਹਾਰਾਜ ਕਹਿਣ ਲੱਗੇ ਐਸੀ ਕੋਈ ਗੱਲ ਨਹੀਂ ਹੈ ਜਿਹੜੀ ਤੂੰ ਕਵਿਤਾ ਉਚਾਰਨ ਕੀਤੀ ਹੈ, ਇਹਦੇ ਅਰਥ ਤੇ ਘੋੜਿਆਂ ਦੀ ਸੰਭਾਲ ਕਰਨ ਵਾਲੇ ਸਿੱਖ ਕਰ ਸਕਦੇ ਨੇ, ਤੂੰ ਕੀ ਹੰਕਾਰ ਦੇ ਦਾਅਵੇ ਕਰ। ਕਹਿਣ ਲੱਗਾ ਜੀ ਨਹੀਂ, ਇਹ ਤਾਂ ਮੇਰੀ ਹੇਠੀ ਕਰ ਦਿੱਤੀ ਤੁਸੀਂ। ਕਿੱਥੇ ਮੈਂ ਵਿਦਵਾਨ ਤੇ ਕਿੱਥੇ ਉਹ ਘੋੜਿਆਂ ਦੀ ਲਿੱਦ ਚੁੱਕਣ ਵਾਲੇ, ਕਿੱਥੇ ਗੱਲ। ਮਹਾਰਾਜ ਕਹਿਣ ਲੱਗੇ ਇਦਾਂ ਨਾ ਕਹਿ ਕਿ ਜਿਹੜੇ ਸੇਵਾ 'ਚ ਲੱਗੇ ਸ਼ਾਇਦ ਐਵੇਂ ਹੀ ਨੇ। ਮਹਾਰਾਜ ਨੇ ਘੋੜਿਆਂ ਦੀ ਸੇਵਾ ਕਰਨ ਵਾਲੇ ਭਾਈ ਧੰਨਾ ਸਿੰਘ ਨੂੰ ਸੱਦ ਲਿਆ। ਮਹਾਰਾਜ ਕਹਿਣ ਲੱਗੇ ਇਹਨੇ ਕਵਿਤਾ ਇੱਕ ਉਚਾਰਨ ਕੀਤੀ ਹੈ, ਉਹਦੇ ਅਰਥ ਕਰਕੇ ਦੱਸੋ ਭਾਈ ਜੀ। ਤੇ ਭਾਈ ਧੰਨਾ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ। ਔਰ ਵੇਖੋ ਗੁਰੂ ਦੀ ਕਿਰਪਾ ਦੀ ਵੀ ਖੇਡ ਹੁੰਦੀ ਹੈ। ਇੱਕ ਮਨੁੱਖ ਦੀ ਆਪਣੀ ਵਿਦਵਤਾ ਹੈ, ਇੱਕ ਗੁਰੂ ਦੀ ਕਿਰਪਾ। ਸਤਿਗੁਰੂ ਮਿਹਰ ਕਰਨ ਤੇ ਛੱਜੂ ਚੀ ਵਰਤੋਂ ਵੀ ਗੀਤਾ ਦੇ ਅਰਥ ਕਰਵਾ ਸਕਦੇ ਨੇ। ਬਚਨ ਆਪਾਂ ਪੜ੍ਹਦੇ ਹਾਂ, ਖਲ ਚਤਰ ਬਕੀਤਾ। ਗੁਰੂ ਇੱਕ ਖਲ ਮੂਰਖ ਨੂੰ ਵੀ ਸਿਆਣਾ ਬਖਤਾ ਬਣਾ ਸਕਦੇ ਨੇ। ਗੁਰੂ ਦੀਆਂ ਵਡਿਆਈਆਂ ਦਾ ਕੋਈ ਅੰਤ ਨਹੀਂ ਹੈ। ਤੇ ਉਹ ਗੁਰੂ ਨੇ ਕਿਰਪਾ ਕੀਤੀ, ਭਾਈ ਧੰਨਾ ਸਿੰਘ ਨੇ ਮਿੰਟੋ ਮਿੰਟੀ ਉਹਦੀ ਕਵਿਤਾ ਦੇ ਅਰਥ ਕਰਕੇ ਦੱਸ ਦਿੱਤੇ। ਤੇ ਉਹਦੇ 'ਚ ਕੋਈ ਬਹੁਤੀ ਅਧਿਆਤਮਕਤਾ ਵਾਲੀ ਗੱਲ ਵੀ ਨਹੀਂ ਸੀ। ਮਹਾਰਾਜ ਕਹਿਣ ਲੱਗੇ ਹੁਣ ਵੇਖ, ਤੇਰੀ ਕਵਿਤਾ ਦੇ ਤੇ ਭਾਈ ਧੰਨੇ ਨੇ ਅਰਥ ਕਰ ਦਿੱਤੇ ਨੇ, ਤੇ ਹੁਣ ਭਾਈ ਧੰਨਾ ਸਿੰਘ ਕਵਿਤਾ ਪੜ੍ਹਨਗੇ ਤੇ ਤੂੰ ਉਹਦੇ ਅਰਥ ਨਹੀਂ ਕਰਨੇ ਹਨ। ਇੰਨੀ ਖੇਚਲ ਅਸੀਂ ਤੈਨੂੰ ਨਹੀਂ ਦੇਣੀ। ਬਸ ਇੰਨਾ ਕੁ ਕੰਮ ਕਰ ਦੇ ਕਿ ਉਹ ਕਵਿਤਾ ਦਾ ਬਸ ਪ੍ਰੋਪਰ ਵਿਸ਼ਰਾਮ ਲਗਾ ਕੇ ਦੱਸ ਦੇ ਕਿ ਵਿਸ਼ਰਾਮ ਕਿੱਥੇ ਲੱਗਣਾ ਹੈ। ਤੇ ਉਹ ਕਵਿਤਾ ਤਾਂ ਕਾਫੀ ਵੱਡੀ ਹੈ। ਉਹਦੀ ਇੱਕ ਪੰਕਤੀ, ਮੀਨ ਮਰੈ ਜਲ ਕੈ ਪਰਸੈ ਕਬਹੂ ਨਾ ਮਰੈ ਪਰ ਪਾਵਕ ਜਾਰੈ। ਭਾਈ ਧੰਨਾ ਜੀ ਨੇ ਇਹ ਕਵਿਤਾ ਪੜ੍ਹੀ। ਉਹ ਮਹਾਰਾਜ ਕਹਿਣ ਲੱਗੇ ਹੁਣ ਲਾ ਇਸ ਪੰਕਤੀ ਤੇ ਅਰਥ ਕਿੱਥੇ ਲੱਗਣੇ ਹਨ। ਕਹਿਣ ਲੱਗਾ ਜੀ ਅਰਥ ਲਗਾ ਦਿੰਦੇ, ਸਿੱਧਾ ਹੀ ਤੇ ਹੁੰਦਾ ਹੈ ਅਰਥ ਲਾਉਣੇ, ਕੌਮਾ ਲਗਾਉਣਾ ਕਿਹੜਾ ਕੋਈ ਔਖਾ ਹੁੰਦਾ ਹੈ। ਕਹਿਣ ਲੱਗਾ ਮੀਨ ਮਰੈ ਜਲ ਕੈ ਪਰਸੈ ਕਬਹੂ ਨਾ ਮਰੈ ਪਰ ਪਾਵਕ ਜਾਰੈ। ਮਹਾਰਾਜ ਕਹਿਣ ਲੱਗੇ ਹੁਣ ਕੌਮਾ ਤੇ ਤੂੰ ਲਗਾ ਦਿੱਤਾ ਹੈ, ਪਰ ਜੇ ਤੇਰੇ ਵਾਲੇ ਲਗਾਏ ਹੋਏ ਕੌਮੇ ਦੇ ਮੁਤਾਬਕ ਇਹ ਪੰਕਤੀ ਦੇ ਅਰਥ ਕਰੀਏ ਨਾ, ਗੱਲ ਸਾਰੀ ਦੀ ਸਾਰੀ ਵਿਗੜ ਜਾਣੀ ਹੋ। ਕਿਉਂਕਿ ਉਹਨੇ ਕੌਮਾ ਕਿੱਥੇ ਲਗਾਇਆ ਸੀ, ਮੀਨ ਮਰੈ ਜਲ ਕੈ ਪਰਸੈ, ਕਿ ਮੱਛੀ ਜੇ ਪਾਣੀ 'ਚ ਜਾਵੇ ਤੇ ਮਰ ਜਾਂਦੀ ਹੈ। ਕਬਹੂ ਨਾ ਮਰੈ ਪਰ ਪਾਵਕ ਜਾਰੈ, ਤੇ ਜੇ ਉਹਨੂੰ ਅੱਗ 'ਚ ਸੁੱਟੋ ਤੇ ਕਦੇ ਮੁੱਕਦੀ ਨਹੀਂ। ਮਹਾਰਾਜ ਕਹਿਣ ਲੱਗੇ ਹੁਣ ਦੱਸ ਇਹ ਅਰਥ ਹੋਏ ਕਿ ਅਨਰਥ ਹੋ ਗਏ ਤੇਰੇ ਵਾਲੇ ਵਿਸ਼ਰਾਮ ਮੁਤਾਬਕ, ਤੇ ਢਿੱਲਾ ਪੈ ਗਿਆ। ਸਤਿਗੁਰੂ ਕਹਿਣ ਲੱਗੇ ਇਹਦਾ ਕੌਮਾ ਜੇ ਸਹੀ ਨਾ ਲੱਗੇ ਤੇ ਸਾਰੀ ਗੱਲ ਵਿਗੜ ਜਾਣੀ ਹੈ। ਵਿਸ਼ਰਾਮ ਗਲਤ ਲਗਾਉਣ ਤੇ ਵਿਸ਼ਰਾਮ ਲੱਗਣਾ ਹੈ, ਮੀਨ ਮਰੈ ਜਲ ਕੈ ਪਰਸੈ ਕਬਹੂ ਨਾ। ਜੇ ਮੱਛੀ ਨੂੰ ਪਾਣੀ 'ਚ ਮਿਲਿਆ ਰਵੇ ਪਾਣੀ, ਉਹ ਨਹੀਂ ਮਰਦੀ। ਮਰੈ ਪਰ ਪਾਵਕ ਜਾਰੈ,
ਪਰ ਜੇ ਉਹਨੂੰ ਅੱਗ 'ਚ ਸੁੱਟੋਗੇ ਤੇ ਮਿੰਟ ਸਕਿੰਟ ਦੇ ਵਿੱਚ ਹੀ ਉਹਦਾ ਜੀਵਨ ਦੀ ਖੇਡ ਮੁੱਕ ਜਾਏਗੀ। ਕਹਿਣ ਦਾ ਭਾਵ ਕਿ ਵੇਖੋ, ਇੱਕ ਕੌਮਾ ਹੀ ਲੱਗਣਾ ਹੁੰਦਾ ਹੈ, ਕਿਧਰੇ ਅਰਧ ਵਿਸ਼ਰਾਮ ਕਿਧਰੇ ਵਿਸ਼ਰਾਮ, ਪਰ ਜੇ ਉਹਨੂੰ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਏ ਨਾ, ਸਾਰੀ ਗੱਲ ਵਿਗੜ ਜਾਂਦੀ ਹੈ। ਇਸੇ ਤਰ੍ਹਾਂ ਇਹ ਆਨੰਦ ਸਾਹਿਬ ਦੀ ਇਹ ਪੌੜੀ ਹੈ ਤੇ ਇਹਦੀ ਪਹਿਲੀ ਪੰਕਤੀ ਹੈ। ਕਈ ਵਾਰ ਆਪਾਂ, ਕਿਉਂਕਿ ਹਰ ਜੀਓ ਸ਼ਬਦ ਬੜੀ ਵਾਰ ਬਾਣੀ 'ਚ ਆਉਂਦਾ, ਹੁਣੇ ਆਪਾਂ ਸ਼ਬਦ ਦੀ ਗੱਲ ਕਰ ਰਹੇ ਸੀ, ਹਰ ਜੀਓ ਨਿਮਾਣਿਆ ਤੂੰ ਮਾਣ, ਤੇ ਇਦਾਂ ਦੇ ਬੜੀ ਜਗ੍ਹਾ ਤੇ ਸ਼ਬਦ ਆਉਂਦੇ ਨੇ, ਜਿਸ ਕਰਕੇ ਸਾਡੇ ਮਨ 'ਚ ਇੱਕ ਚੀਜ਼ ਬਹਿ ਗਈ ਕਿ ਸ਼ਾਇਦ ਜਿੱਥੇ ਹਰ ਆਇਆ ਤੇ ਅੱਗੇ ਜੀਓ ਆਇਆ ਤੇ ਉਹ ਦੋਵੇਂ ਅੱਖਰ ਰਲਦੇ ਹੀ ਹਨ, ਪਰਮਾਤਮਾ ਦੇ ਹਰੀ ਦੇ ਅਦਬ ਦੇ ਲਈ ਜੀਓ ਹੈ। ਪਰ ਇੱਥੇ ਹਰ ਤੇ ਕੌਮਾ ਲਗਾਉਣਾ ਹੈ। ਹਰ ਭਾਵ ਪਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜੀਓ ਗੁਫਾ ਅੰਦਰ ਰੱਖ ਕੇ, ਗੁਫਾ ਇੱਥੇ ਕਿਹਾ ਗਿਆ ਹੈ ਸਰੀਰ ਨੂੰ, ਤੇ ਜੀਓ ਕਿਹਾ ਗਿਆ ਹੈ ਜਿਹੜੀ ਅੰਦਰ ਜਿੰਦ ਆਤਮਾ ਹੈ, ਜਿਹਦੇ ਬਾਰੇ ਪਿੱਛੇ ਵੀ ਸਤਿਗੁਰੂ ਜੀ ਨੇ ਉਹ ਕਿਹਾ ਕਿ ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤੇਰੇ ਅੰਦਰ ਜੋਤ ਵਾਹਿਗੁਰੂ ਨੇ ਟਿਕਾਈ ਹੈ। ਉਹ ਜੋਤ ਦੀ, ਉਹ ਜਿੰਦ ਦੀ, ਉਹ ਆਤਮਾ ਦੀ ਗੱਲ ਇੱਥੇ ਮਹਾਰਾਜ ਕਰਦੇ ਨੇ। ਉਹਦੇ ਲਈ ਸਤਿਗੁਰੂ ਨੇ ਸ਼ਬਦ ਵਰਤਿਆ ਹੈ ਜੀਓ। ਹਰ ਜੀਓ ਗੁਫਾ ਅੰਦਰ ਰੱਖ ਕੇ, ਪਰਮਾਤਮਾ ਨੇ ਸਰੀਰ ਰੂਪੀ ਗੁਫਾ ਦੇ ਅੰਦਰ ਜਿੰਦ ਨੂੰ ਟਿਕਾ ਕੇ ਵਾਜਾ ਪਵਨ ਵਜਾਇਆ, ਪਵਨ ਦਾ, ਹਵਾ ਦਾ ਵਾਜਾ ਵਜਾਇਆ। ਭਾਵ ਹੁਣ ਆ ਜੋ ਅਸੀਂ ਬੋਲਦੇ ਪਏ ਹਾਂ, ਸਾਰੀ ਦੀ ਸਾਰੀ ਹਵਾ ਦੀ ਖੇਡ ਹੈ। ਸਾਹ ਅੰਦਰ ਨੂੰ ਜਾਂਦਾ, ਹਵਾ ਬਾਹਰ ਨੂੰ ਨਿਕਲਦੀ ਹੈ, ਉਹਦੇ ਰਾਹੀਂ ਹੀ ਸਾਡੀ ਜ਼ੁਬਾਨ ਤੇ ਕੰਠ ਦੇ ਵਿੱਚੋਂ ਬੋਲ ਪੈਦਾ ਹੁੰਦੇ ਹਨ, ਆਵਾਜ਼ ਪੈਦਾ ਹੁੰਦੀ ਹੈ। ਜੋ ਆਪਾਂ ਬੋਲਦੇ ਹਾਂ ਇਹ ਹੈ ਤਾਂ ਵਾਹਿਗੁਰੂ ਦੀ ਖੇਡ ਹੈ। ਉਹਨੇ ਇੱਕ ਸਿਸਟਮ ਬਣਾਇਆ ਹੈ ਜਿਹਦੇ ਰਾਹੀਂ ਆਪਾਂ ਬੋਲਦੇ ਹਾਂ, ਪਰ ਉਹ ਸਿਸਟਮ ਹੈ ਪਾਉਣ ਦੇ ਨਾਲ, ਹਵਾ ਦੇ ਨਾਲ ਹੀ ਇਹ ਸਾਰੀ ਦੀ ਸਾਰੀ ਖੇਡ ਚੱਲਦੀ ਹੈ। ਤੇ ਜਿਹੜੇ ਲੋਕ ਬੋਲ ਨਹੀਂ ਪਾਉਂਦੇ ਹਨ, ਇੱਕ ਗੂੰਗਾ ਵਿਅਕਤੀ ਹੈ। ਉਹ ਕਾਰਨ ਕੀ ਹੁੰਦੀ? ਜ਼ੁਬਾਨ ਤੇ ਉਹਦੇ ਮੂੰਹ 'ਚ ਵੀ ਹੁੰਦੀ ਹੈ ਜਿੱਦਾਂ ਦੀ ਜ਼ੁਬਾਨ ਆਮ ਬੰਦੇ ਦੇ ਮੂੰਹ ਦੇ ਵਿੱਚ ਹੈ, ਪਰ ਉਹਦੇ ਕੰਠ ਦੇ ਵਿੱਚ ਉਹ ਹਵਾ ਦਾ ਇੱਕ ਜਿਹੜਾ ਬੈਲੈਂਸ ਬਣਦਾ ਹੈ, ਸਿਸਟਮ ਬਣਦਾ ਜਿਹਦੇ ਰਾਹੀਂ ਬੋਲਿਆ ਜਾਂਦਾ ਹੈ, ਉਹ ਬੈਲੈਂਸ ਨਹੀਂ ਬਣਦਾ ਹੈ, ਜਿਸ ਕਰਕੇ ਜ਼ੁਬਾਨ ਹੋਣ ਦੇ ਬਾਵਜੂਦ ਵੀ ਬੰਦਾ ਬੋਲ ਨਹੀਂ ਪਾਉਂਦਾ ਹੈ। ਜ਼ੁਬਾਨ ਹੈ ਪਰ ਹਵਾ ਦਾ ਜਿਹੜਾ ਬੈਲੈਂਸ ਬਣ ਕੇ ਬੋਲੇ ਜਾਂਦੇ ਹਨ, ਉਹ ਗੱਲ ਨਹੀਂ ਬਣਦੀ। ਖੈਰ, ਮਹਾਰਾਜ ਕਹਿੰਦੇ ਮਾਲਕ ਨੇ ਸਰੀਰ ਰੂਪੀ ਗੁਫਾ ਅੰਦਰ ਆਤਮਾ ਜਿੰਦ ਨੂੰ ਟਿਕਾਇਆ ਹੈ, ਪੌਣ ਦਾ ਵਾਜਾ ਵੱਜਦਾ ਹੈ, ਭਾਵ ਹਵਾ ਦੇ ਸਹਾਰੇ ਜੀਵ ਬੋਲਦੇ ਨੇ। ਵਜਾਇਆ ਵਾਜਾ ਪੌਣ, ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਜਿੱਥੇ ਮਾਲਕ ਨੇ ਇਹ ਸਵਾਸਾਂ ਦਾ ਵਾਜਾ ਪੌਣ ਦੇ ਰਾਹੀਂ ਵਜਾਇਆ ਹੈ, ਸਾਹ ਚੱਲਦੇ ਹਨ ਤਾਂ ਹਵਾ, ਔਰ ਜੇ ਬੰਦਾ ਬੋਲਦਾ ਹੈ ਤਾਂ ਹਵਾ, ਪਾਉਣ ਦੀ ਬਹੁਤ ਜ਼ਰੂਰਤ ਹੈ। ਜਾਂ ਇੱਦਾਂ ਕਹਿ ਲਈ, ਆਪਾਂ ਪਹਿਲਾਂ ਵੀ ਪਿਛਲੇ ਦਿਨੀ ਵਿਚਾਰ ਕੀਤੀ ਸੀ ਕਿ ਹਵਾ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਰੋਟੀ ਤੋਂ ਬਿਨਾਂ ਵੀ ਬੰਦਾ 2-4 ਦਿਨ ਜਿਉਂਦਾ, 10 ਦਿਨ ਰਹਿ ਸਕਦਾ ਹੈ। ਪਾਣੀ ਤੋਂ ਬਿਨਾਂ ਵੀ ਬੰਦਾ ਬਹੁਤ ਕੁਝ ਸਮਾਂ ਜਿਉਂਦਾ ਰਹਿ ਸਕਦਾ ਹੈ, ਪਰ ਜੇ ਹਵਾ ਨਾ ਮਿਲੇ ਤੇ ਫਿਰ ਤਾਂ ਜ਼ਿੰਦਗੀ ਬਸ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਮੁੱਕ ਜਾਂਦੀ ਹੈ, ਜ਼ਿੰਦਗੀ ਨਹੀਂ ਚੱਲਦੀ ਹੈ। ਤੇ ਮਹਾਰਾਜ ਕਹਿੰਦੇ ਮਾਲਕ ਦਾ ਸ਼ੁਕਰ ਕਰਿਆ ਕਰ, ਜਿਹੜੀ ਹਵਾ ਤੇਰੀ ਜ਼ਿੰਦਗੀ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਉਹ ਹਵਾ ਦਾ ਬਿੱਲ ਨਹੀਂ ਭਰਨਾ ਪੈਂਦਾ, ਉਹ ਹਵਾ ਕਮਾਉਣ ਦੇ ਲਈ ਦੇਸੋਂ ਪਰਦੇਸ ਨਹੀਂ ਜਾਣਾ ਪੈਂਦਾ। ਵਾਹਿਗੁਰੂ ਨੇ ਬਿਲਕੁਲ ਮੁਫਤ ਦੇ ਵਿੱਚ ਜਿਨ ਦੀਆ ਤੁਧ ਪਵਨ ਅਮੋਲਾ, ਅਮੋਲਕ ਪਾਉਣ ਦੀ ਦਾਤ ਬਖਸ਼ੀ ਹੈ। ਫਿਰ ਮਹਾਰਾਜ ਕਹਿੰਦੇ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਸਰੀਰ ਦੇ 9 ਦੁਆਰ, ਅੱਖਾਂ, ਨੱਕ, ਕੰਨ, ਜ਼ੁਬਾਨ ਆਦਿਕ ਇਹ ਪ੍ਰਤੱਖ ਦੁਆਰ ਹਨ ਜਿਨ੍ਹਾਂ ਦੇ ਰਾਹੀਂ ਕੁਝ ਅੰਦਰ ਜਾਂਦਾ, ਕੁਝ ਬਾਹਰ ਨਿਕਲਦਾ ਹੈ। ਦਸਵਾਂ ਗੁਪਤ ਰਖਾਇਆ, ਦਸਵਾਂ ਦਿਮਾਗ ਰੂਪ, ਸੁਰਤ ਰੂਪ ਜਿਹੜਾ ਦਰਵਾਜ਼ਾ ਹੈ ਉਹ ਗੁਪਤ ਹੈ। ਹੁਣ ਮਹਾਰਾਜ ਕਹਿੰਦੇ ਉਹ ਜਿਹੜਾ ਦਸਮ ਦੁਆਰ ਸ਼ਬਦ ਵੀ ਹੈ, ਵੇਖੋ ਇਹਦੀ ਵਿਆਖਿਆ ਕਰਨ ਵਾਲਿਆਂ ਨੇ ਕਈ ਰੂਪਾਂ ਦੇ ਵਿੱਚ ਇਹਦੀ ਵਿਆਖਿਆ ਕੀਤੀ। ਕਈਆਂ ਨੇ ਨਾਲ ਕਈ ਤਰ੍ਹਾਂ ਦੇ ਕਰਮ ਕਾਂਡ ਵੀ ਜੋੜ ਦਿੱਤੇ ਔਰ ਕਈ ਤਰ੍ਹਾਂ ਦੇ ਹੋਰ ਕਰਮਾਂ ਦੀ ਗੱਲ ਕੀਤੀ। ਜੇ ਸੁਰਤ ਨੂੰ ਦਸਮ ਦੁਆਰ ਤੱਕ ਖੜਨਾ ਹੈ
ਤੇ ਜੋਗੀ ਲੋਕ ਕਈ ਤਰ੍ਹਾਂ ਦੇ ਆਸਣਾਂ ਦੀ ਗੱਲ ਕਰਦੇ ਸਨ ਕਿ ਜੇ ਇਹਨਾਂ ਵਿਸ਼ੇਸ਼ ਆਸਣਾਂ ਦੇ ਰਾਹੀਂ ਬੰਦਾ ਸਮਾਧ ਲਗਾ ਕੇ ਜਪ ਕਰੇਗਾ ਤੇ ਫਿਰ ਹੀ ਸੁਰਤ ਦਸਮ ਦੁਆਰ ਤੱਕ ਪਹੁੰਚੇਗੀ। ਗੁਰਮਤਿ ਨੇ ਇਸ ਤਰ੍ਹਾਂ ਦੇ ਕੋਈ ਕਿਸੇ ਤਰ੍ਹਾਂ ਦੇ ਵਹਿਮ ਭਰਮ ਪਾਖੰਡ ਦੀ ਗੱਲ ਸਤਿਗੁਰੂ ਨੇ ਬਾਣੀ ਦੇ ਵਿੱਚ ਨਹੀਂ ਕੀਤੀ ਹੈ, ਕਿਉਂਕਿ ਗੁਰਮਤਿ ਦਾ ਮਾਰਗ ਬੜਾ ਸਿੱਧਾ ਪੱਧਰਾ ਜਿਹਾ ਮਾਰਗ ਹੈ। ਇਹਦੇ 'ਚ ਕੋਈ ਕਰਮ ਕਾਂਡ ਨਹੀਂ ਹੈ, ਕੋਈ ਵਹਿਮ ਨਹੀਂ ਹੈ, ਕੋਈ ਭਰਮ ਨਹੀਂ ਹੈ, ਕੋਈ ਪਖੰਡ ਨਹੀਂ ਹੈ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਕਹਿੰਦੇ ਇਹ ਕੀੜੀ ਦੀ ਚਾਲ ਵਾਲਾ ਸਲੋ ਚੱਲਣ ਵਾਲਾ ਮਾਰਗ ਨਹੀਂ ਹੈ, ਇਹ ਤੇ ਪੰਛੀ ਦੀ ਉਡਾਰੀ ਵਾਲੀ ਖੇਡ ਹੈ। ਬਸ ਗੁਰੂ ਦਾ ਉਪਦੇਸ਼ ਕਮਾਉਣ ਦੀ ਗੱਲ ਹੈ। ਹੁਣ ਮਹਾਰਾਜ ਕਹਿੰਦੇ ਗੁਰਦੁਆਰਾ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਜਿਹਦੀ ਗੁਰੂ ਦੇ ਦਰ ਤੇ ਗੁਰੂ ਪ੍ਰਤੀ ਭਾਵਨਾ ਬਣਦੀ ਹੈ, ਭਾਵ ਜਿਹੜਾ ਗੁਰੂ ਨਾਲ ਜੁੜਦਾ ਹੈ, ਗੁਰੂ ਫਿਰ ਉਹਨੂੰ 10ਮ ਦੁਆਰ ਦੀ ਸਮਝ ਬਖਸ਼ ਦਿੰਦੇ ਹਨ। ਸੁਰਤ ਰੂਪੀ, ਦਿਮਾਗ ਰੂਪੀ, ਧਿਆਨ ਰੂਪੀ ਦੁਆਰ ਦੀ, ਜਿੱਥੇ ਜਾ ਕੇ ਮਨੁੱਖ ਦੇ ਜੀਵਨ ਦੀ ਅੰਦਰੂਨੀ ਐਨ ਘਾੜਤ ਘੜੀ ਜਾਂਦੀ ਹੈ। ਜਿਹਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਜਪਜੀ ਸਾਹਿਬ ਦੇ ਅਖੀਰ 'ਚ ਪਾਤਸ਼ਾਹ ਜੀ ਨੇ ਧਰਮ ਖੰਡ ਦੀ ਗੱਲ ਕੀਤੀ, ਫਿਰ ਗਿਆਨ ਖੰਡ ਦੀ ਗੱਲ ਕੀਤੀ, ਉਦੋਂ ਬਾਅਦ ਸਤਿਗੁਰੂ ਜੀ ਸ਼ਰਮ ਖੰਡ ਦੀ ਗੱਲ ਕਰਦੇ ਹਨ ਕਿ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਆ ਬਹੁਤ ਅਨੂਪ। ਬਿਲਕੁਲ ਪਹਿਲੇ ਨੰਬਰ ਤੇ ਮਹਾਰਾਜ ਨੇ ਕਿਹਾ ਨਾ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਧਰਤੀ ਧਰਮਸ਼ਾਲਾ ਹੈ। ਉਦੋਂ ਬਾਅਦ ਅਗਲੇ ਸਟੈਪ ਤੇ ਮਹਾਰਾਜ ਨੇ ਕਿਹਾ ਫਿਰ ਇਸ ਧਰਤੀ ਰੂਪੀ ਧਰਮਸ਼ਾਲਾ 'ਚ ਰਹਿੰਦਿਆਂ ਜਿਵੇਂ ਜਿਵੇਂ ਮਨੁੱਖ ਦੇ ਮਨ ਅੰਦਰ ਵਿਕਾਸ ਅੱਗੇ ਹੁੰਦਾ ਹੈ, ਮਨੁੱਖ ਅਗਲੇ ਸਟੈਪ ਤੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦੀ ਅਵਸਥਾ ਤੇ ਪਹੁੰਚਦਾ ਹੈ, ਫਿਰ ਕੁਦਰਤ ਦੀ ਵਿਸ਼ਾਲਤਾ ਦੀ ਸਮਝ ਪੈਂਦੀ ਹੈ। ਇਹ ਵੇਖੋ ਇੱਕੋ ਵਾਰ ਨਹੀਂ, ਸਹਿਜ ਅਵਸਥਾ 'ਚ ਜਿਵੇਂ ਜਿਵੇਂ ਬੰਦਾ ਗੁਰੂ ਦੇ ਉਪਦੇਸ਼ ਨੂੰ ਕਮਾਉਂਦਾ ਜਾਂਦਾ ਹੈ, ਨਾਲ ਦੀ ਨਾਲ ਗੁਰੂ ਦੀ ਰਹਿਮਤ ਬਖਸ਼ਿਸ਼ ਵਰਤਦੀ ਹੈ ਤੇ ਫਿਰ ਅੰਦਰੂਨੀ ਸੁਰਤ ਕਰਕੇ, ਮਨ ਕਰਕੇ ਅਧਿਆਤਮਕ ਪੱਧਰ ਤੇ ਬੰਦੇ ਜੀਵ ਦਾ ਵਿਕਾਸ ਹੁੰਦਾ ਹੈ। ਤੇ ਗੁਰੂ ਕਹਿੰਦੇ ਜਦੋਂ ਗਿਆਨ ਖੰਡੀ ਅਵਸਥਾ ਤੇ ਜੀਵ ਪਹੁੰਚਿਆ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਹੋਇਆ, ਉੱਥੇ ਪਤਾ ਲੱਗਦਾ ਹੈ ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕਿ ਬਸ ਓਨਾ ਕੁਝ ਹੀ ਨਹੀਂ ਹੈ ਜਿੰਨਾ ਕੁ ਮੈਂ ਸਾਹਮਣੇ ਵੇਂਦਾ ਪਿਆ ਹਾਂ। ਗਿਆਨ ਪ੍ਰਚੰਡ ਦੇ ਵਿੱਚ ਪਤਾ ਲੱਗਦਾ ਹੈ ਕਿ ਇਦਾਂ ਦੇ ਪਤਾ ਨਹੀਂ ਕਿੰਨੇ ਸੂਰਜ ਹੋਰ, ਕਿੰਨੇ ਚੰਦਰਮਾ ਹੋਰ, ਕਿੰਨੇ ਤਾਰੇ ਹੋਰ, ਕੁਦਰਤ ਕਰਤੇ ਦੀ ਪਰੇ ਤੋਂ ਪਰੇ। ਫਿਰ ਮਹਾਰਾਜ ਕਹਿੰਦੇ ਹੋਰ ਅਗਲੇ ਅਵਸਥਾ ਤੇ ਜਦੋਂ ਪਹੁੰਚਿਆ ਨਾ, ਕਰਮ ਖੰਡ ਕੀ ਬਾਣੀ ਜ਼ੋਰ, ਕਰਮ ਸ਼ਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਆ ਬਹੁਤ ਅਨੂਪ। ਸ਼ਰਮ ਖੰਡ ਦੀ ਅਵਸਥਾ 'ਚ ਪਹੁੰਚਿਆ ਬਖਸ਼ਿਸ਼, ਤਿੱਥੈ ਘਾੜਤ ਘੜੀਆ ਬਹੁਤ। ਫਿਰ ਇਹਦੇ ਜੀਵਨ ਦੀ ਅੰਦਰ ਦੀ ਘਾੜਤ ਬੜੀ ਵੱਖਰੀ ਜਿਹੀ ਘਾੜਤ ਘੜੀ ਜਾਂਦੀ ਹੈ। ਭਾਵ ਜਿਹੜੇ ਆਮ ਸੰਸਾਰੀ ਲੋਕ ਨੇ, ਸਹਿਜੇ ਸਹਿਜੇ ਇਦਾਂ ਦਾ ਜੀਵਨ ਬਣਦਾ ਜਿੱਥੇ ਸੰਸਾਰੀਆਂ ਦੇ ਨਾਲ ਹੁਣ ਤਾਲਮੇਲ ਪੂਰੀ ਤਰ੍ਹਾਂ ਪ੍ਰੋਪਰ ਬਹਿੰਦਾ ਨਹੀਂ ਹੈ, ਕਿਉਂਕਿ ਉਹ ਉਸ ਅਵਸਥਾ ਤੇ ਪਹੁੰਚ ਗਿਆ ਜਿੱਥੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਲੋਕ ਹੋ ਸਕਦਾ ਉਹਨੂੰ ਨਿੰਦੀ ਵੀ ਜਾਣ, ਮਾੜਾ ਵੀ ਕਹੀ ਜਾਣ, ਪਰ ਕਿਉਂਕਿ ਦੁਨੀਆ ਦੀ ਆਪਣੀ ਸੋਚ ਹੈ, ਲੋਕ ਆਪਣੀ ਜਗ੍ਹਾ ਤੇ ਸਹੀ ਹੁੰਦੇ ਨੇ। ਉਹ ਸ਼ਰਮ ਖੰਡ, ਕਰਮ ਖੰਡ, ਸੱਚ ਖੰਡ ਦੀ ਅਵਸਥਾ ਤੇ ਪਹੁੰਚਿਆ ਗੁਰਮੁਖ, ਉਹਦੀ ਆਪਣੀ ਅਵਸਥਾ ਹੈ। ਤਿੱਥੇ ਘਾੜਤ ਘੜੀ ਹੈ ਬਹੁਤ ਅਨੂਪ। ਤੇ ਹੁਣ ਉਹ ਜਿਹੜੀ ਅਨੂਪ ਘਾੜਤ ਘੜੀ ਜਾਂਦੀ ਹੈ, ਜਿਹੜਾ ਉਹ ਗੁਰੂ ਕਿਰਪਾ ਕਰਕੇ 10ਵਾਂ ਦੁਆਰ ਦਿਖਾਇਆ ਵਾਲੀ ਰਹਿਮਤ ਵਰਤਾਉਂਦੇ ਨੇ ਨਾ, ਤੇ ਜੇ ਕੋਈ ਉਹਦੀ ਵਿਆਖਿਆ ਕਰਨ ਦੀ ਗੱਲ ਕਰੇ, ਇੱਥੋਂ ਤੱਕ ਗੁਰੂ ਕਹਿੰਦੇ ਜਿਹੜਾ ਉਹ ਅਵਸਥਾ ਨੂੰ ਮਾਣ ਵੀ ਰਿਹਾ ਹੈ, ਵਿਆਖਿਆ ਉਹ ਵੀ ਨਹੀਂ ਕਰ ਸਕਦਾ, ਦੂਜੇ ਨੇ ਕੀ ਵਿਆਖਿਆ ਕਰਨੀ ਹੈ। ਤਿੱਥੈ ਘਾੜਤ ਘੜੀਆ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਥੈ ਪਿੱਛੇ ਪਛਤਾਏ। ਜੇ ਕੋਈ ਕਥਨ ਦੀ ਕੋਸ਼ਿਸ਼ ਵੀ ਕਰਦਾ ਹੈ ਉਹਨੂੰ ਵੀ ਪਛਤਾਉਣਾ ਪੈਂਦਾ ਹੈ, ਕਿਉਂਕਿ ਤਿੱਥੈ ਘੜੀਆ ਸੁਰਤ, ਮਤ, ਮਨ, ਬੁੱਧ, ਹਰ ਚੀਜ਼ ਦੀ ਅੰਦਰ ਦੀ ਸੁਰਤ ਦੀ, ਮਨ ਦੀ, ਮਤ ਦੀ, ਬੁੱਧ ਦੀ ਘਾੜਤ ਘੜੀ ਜਾਂਦੀ ਹੈ। ਐਨ ਹੁਣ ਬਾਹਰੀ ਤੌਰ ਤੇ ਵੀ ਬੱਚਾ ਸਕੂਲ 'ਚ ਜਾਂਦਾ ਹੈ, ਗੁਰੂ ਵੀ ਸਤ ਸੰਗਤ ਸਤਿਗੁਰ ਚਟਸਾਲ ਹੈ। ਬਾਹਰੀ ਤੌਰ ਤੇ ਕੀ ਹੈ, ਵੱਧ ਤੋਂ ਵੱਧ ਸਕੂਲਾਂ ਵਾਲੇ ਬੱਚੇ ਨੂੰ ਬਾਹਰੋਂ ਡਿਸਿਪਲਨ 'ਚ ਲਿਆ ਸਕਦੇ ਹਨ, ਵਰਦੀ ਪਹਿਨਾ ਦਿੱਤੀ, ਹੋਰ ਜੋ ਬਾਹਰ ਦਾ ਹੈ।
ਅੰਦਰ ਤੇ ਹੋ ਸਕਦਾ ਮਨ ਉਸੇ ਤਰ੍ਹਾਂ ਚੰਚਲਤਾ ਹੀ ਹੈ, ਹਰ ਚੀਜ਼ ਹੈ। ਪਰ ਗੁਰੂ ਦੀ ਜਦੋਂ ਆਪਾਂ ਪਾਠਸ਼ਾਲਾ ਦੇ ਵਿੱਚ ਆਉਂਦੇ ਹਾਂ, ਸਤ ਸੰਗਤ ਦੇ ਵਿੱਚ, ਗੁਰਦੁਆਰਾ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ, ਉੱਥੇ ਫਿਰ ਗੁਰੂ ਅੰਦਰ ਦੀ ਘਾੜਤ ਕੱਢਦੇ ਹਨ। ਉਹ ਘਾੜਤ ਜਿਹਨੂੰ ਧੰਨ ਗੁਰੂ ਅਰਜਨ ਸਾਹਿਬ ਇੱਦਾਂ ਵੀ ਕਹਿੰਦੇ ਨੇ ਕਿ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹ ਮਨ ਮੁਖ ਇੱਕ ਸਾਰਤਾ ਵਾਲਾ ਜੀਵਨ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿਧਾਂ ਕੀ ਸੁਧ। ਕੋਈ ਸੁਰ ਹੋਰ ਦੇਵਤੇ ਵੀ ਮਾਨੋ ਥੱਲੇ ਹੀ ਰਹਿ ਗਏ, ਫਿਰ ਜੀਵਨ ਦੀ ਘਾੜਤ ਇੰਨੀ ਉੱਚੀ ਘੜੀ ਗਈ। ਇਹਨੂੰ ਮਹਾਰਾਜ ਕਹਿੰਦੇ ਤਹਿ ਅਨੇਕ ਰੂਪ ਨਾਉ, ਨਵਨਿਧ ਤਿਸ ਦਾ ਅੰਤ ਨਾ ਜਾਈ ਪਾਇਆ। ਉਸ ਅਵਸਥਾ 'ਚ ਪਹੁੰਚੇ ਹੋਏ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੀ ਵੀ ਸਮਝ ਪੈਂਦੀ ਹੈ, ਆਪਣੇ ਅੰਦਰ ਦੀ ਵੀ ਸਮਝ ਪੈਂਦੀ ਹੈ ਕਿ ਮੇਰੇ ਅੰਦਰ ਕੀ ਕੀ ਹੈ। ਹੁਣ ਆਮ ਤੇ ਅਸੀਂ ਜੋ ਮਨੁੱਖ ਵੇਖੇਗਾ ਵੱਧ ਤੋਂ ਵੱਧ ਸਰੀਰ ਦੀ ਚੀਰ ਫਾੜ ਕਰਨ ਵਾਲੇ ਡਾਕਟਰ ਤੇ ਹੋਰ ਲੋਕ ਸਰਜਨ, ਉਹ ਕੇਵਲ ਜੋ ਸਰੀਰ ਦਾ ਚਮੜੀ ਹੱਡ ਮਾਸ ਹੈ ਇਸੇ ਨੂੰ ਵੇਖ ਸਕਦੇ ਨੇ। ਪਰ ਸੁਰਤ ਦੇ ਅੰਦਰ ਕੀ ਹੈ, ਕਿਵੇਂ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ਿਸ਼ਾਂ, ਜਿਹਦੇ ਬਾਰੇ ਗੁਰੂ ਨੇ ਤੇ ਕਿਹਾ ਪਰਮਾਤਮਾ ਦਾ ਜਿਹੜਾ ਅੰਮ੍ਰਿਤ ਨਾਮ ਹੈ ਤੇਰੀ ਕਾਇਆ ਦੇ ਅੰਦਰ ਹੀ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸ਼ਰਾਮ। ਹੁਣ ਬਾਹਰ ਦੇ ਡਾਕਟਰ ਤਾਂ ਸਰੀਰ ਦੀ ਚੀਰ ਫਾੜ ਕਰਕੇ ਤੇ ਹੱਡੀਆਂ ਤੇ ਖੂਨ ਮਾਸ ਵੇਖ ਸਕਦੇ, ਕਹਿਣਗੇ ਅੰਮ੍ਰਿਤ ਤਾਂ ਹੈ ਹੀ ਕੋਈ ਨਹੀਂ ਹੈ। ਪਰ ਹੁਣ ਕੀ ਅੰਮ੍ਰਿਤ ਅਵਸਥਾ ਹੈ, ਉਹ ਤਾਂ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਐਨ ਜੀਵ ਗੁਰੂ ਦੇ ਨਾਲ ਜੁੜ ਜਾਂਦਾ, ਫਿਰ ਇਹਨੂੰ ਅੰਦਰ ਦੇ ਨੌ ਨਿੱਧ ਦਾ ਪਤਾ ਲੱਗਦਾ ਹੈ। ਤੇ ਹੋਰ ਵਾਹਿਗੁਰੂ ਦੀਆਂ ਬਖਸ਼ਿਸ਼ਾਂ, ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਵੀ ਕਹਿੰਦੇ ਹਨ ਕਿ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਉਹ ਮਤ ਅੰਦਰ ਹੀ ਜਵਾਹਰ ਮਾਣਕ ਹਨ, ਉਹ ਇੰਨੇ ਬੇਅੰਤ ਨੇ। ਮਹਾਰਾਜ ਕਹਿੰਦੇ ਤਿਸ ਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪੌਣ ਵਜਾਇਆ। ਮਹਾਰਾਜ ਕਹਿੰਦੇ ਉਸ ਪਿਆਰੇ ਹਰੀ ਨੇ, ਅਕਾਲ ਪੁਰਖ ਵਾਹਿਗੁਰੂ ਨੇ ਜੀਓ ਗੁਫਾ ਅੰਦਰ ਰੱਖ ਕੇ ਜਿੰਦ ਨੂੰ ਸਰੀਰ ਰੂਪੀ ਗੁਫਾ ਦੇ ਅੰਦਰ ਟਿਕਾ ਕੇ ਤੇ ਪੌਣ ਦਾ ਵਾਜਾ ਵਜਾਇਆ ਹੋਇਆ ਹੈ। ਸਵਾਸਾਂ ਦੇ ਸਹਾਰੇ ਜ਼ਿੰਦਗੀ ਚੱਲ ਰਹੀ ਹੈ, ਪੌਣ ਦੇ ਸਹਾਰੇ ਮਨੁੱਖ ਬੋਲਦਾ ਹੈ। ਪਰ ਜਿਹੜੇ ਅੰਦਰ ਦੇ ਭੇਦ ਤੇ ਅੰਦਰ ਦੀਆਂ ਬਰੀਕੀਆਂ ਨੇ, ਉਹਦੀ ਸਮਝ ਉਦੋਂ ਲੱਗਦੀ ਹੈ ਜਦੋਂ ਗੁਰਦੁਆਰਾ ਲਾਏ ਭਾਵਨੀ ਬੰਦਾ ਗੁਰੂ ਨਾਲ ਜੁੜਦਾ ਹੈ, ਗੁਰੂ ਦੇ ਸ਼ਬਦ ਉਪਦੇਸ਼ ਦੇ ਨਾਲ, ਗਿਆਨ ਦੇ ਨਾਲ ਜੁੜਦਾ ਹੈ। ਸਤਿਗੁਰੂ ਮਿਹਰ ਕਰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਇਹ ਪਾਵਨ ਬਚਨ ਉਪਦੇਸ਼ ਸਾਡੇ ਹਿਰਦੇ 'ਚ ਵਸਣ ਔਰ ਗੁਰੂ ਕੇ ਉਪਦੇਸ਼ਾਂ ਨੂੰ ਅੰਦਰ ਧਾਰਨ ਕਰਕੇ ਜੀਵਨ ਨੂੰ ਆਨੰਦ ਅਵਸਥਾ ਵਾਲੇ ਪਾਸੇ ਖੜੀਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਘਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਅਗਲੇ 2 ਦਿਨ ਕੱਲ ਤੇ ਪਰਸੋਂ ਕਥਾ ਵਿਚਾਰ ਦੀ ਆਰੰਭਤਾ 6:45 ਵਜੇ ਹੋਇਆ ਕਰੇਗੀ। 6:45 ਤੋਂ 7:15 ਅੱਧਾ ਘੰਟਾ ਦੋਵੇਂ ਦਿਨ ਕਥਾ ਵਿਚਾਰ ਦੀ ਸਾਂਝ ਪਾਉਣੀ ਹੈ, ਕਿਉਂਕਿ ਕੱਲ ਨੂੰ ਸੋਮਵਾਰ ਹੈ ਔਰ ਹਰ ਸੋਮਵਾਰ ਨੂੰ ਸਤਿਕਾਰਯੋਗ ਵੀਰ ਜੀ ਰਵਿੰਦਰਜੀਤ ਸਿੰਘ ਜੀ ਉਹ ਹਾਜ਼ਰੀ ਭਰਦੇ ਹਨ। 7:15 ਤੋਂ 8:15 ਉਹਨਾਂ ਨੇ ਹਾਜ਼ਰੀ ਭਰਨੀ ਹੈ। ਪਰਸੋਂ ਤੋਂ 3 ਦਿਨਾਂ ਦੇ ਜਿਹੜੇ ਵਿਸ਼ੇਸ਼ ਦੀਵਾਨ ਸੱਜਣੇ ਹਨ ਉਹਨਾਂ ਦੀ ਆਰੰਭਤਾ ਹੋਣੀ ਹੈ। ਸੋ ਇਸ ਕਰਕੇ ਅਗਲੇ 2 ਦਿਨ ਜੋ ਕਥਾ ਵਿਚਾਰ ਹੈ ਉਹ 6:45 ਤੋਂ 7:15 ਵਜੇ ਤੱਕ ਹੋਏਗੀ। ਅਖੀਰਲੀਆਂ 2 ਪੌੜੀਆਂ ਦੀ ਆਪਾਂ ਵਿਚਾਰ ਦੀ ਸਾਂਝ ਪਾਵਾਂਗੇ ਜੀ। ਆਪ ਜੀ ਨੇ ਸਮੇਂ ਸਿਰ ਪਹੁੰਚ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ। ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ